ਪਾਪਾ ਜੀ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ। ਬਾਬਾ ਜੀ ਜਦੋਂ ਵੀ ਭਜਨ ਸਿਮਰਨ ਤੇ ਬੈਠੀਦਾ ਹੈ ਨਾ, ਤੇ ਮਤਲਬ ਕਿ ਆਪਣੀ ਪੂਰੀ ਇਮਾਨਦਾਰੀ ਨਾਲ ਬੈਠੀ ਦਾਵੇ, ਪੂਰਾ ਤਵੱਜੋ ਨਾਲ ਬੈਠੀ ਦਾਵੇ। 10-15 ਮਿੰਟ ਬਾਅਦ ਪਤਾ ਨਹੀਂ ਕੀ ਹੁੰਦਾ ਹੈ, ਫਿਰ ਮਨ ਕਿਧਰੇ ਚਲ ਜਾਂਦਾ ਹੈ, ਪਤਾ ਨਹੀਂ ਲੱਗਦਾ। ਬੀਬਾ ਮਨ ਆਦਤ ਤੋਂ ਮਜਬੂਰ ਹੈ, ਜਿਹੋ ਜਿਹੀਆਂ ਆਦਤਾਂ ਪਾਈਆਂ ਵੀ ਹੈ ਮਨ ਨੇ ਉਸੇ ਤਰ੍ਹਾਂ ਚੱਲਣਾ। ਅਸੀਂ ਦੇਖਣਾ ਕਿ ਸਾਡੇ ਵਾਸਤੇ ਕੀ ਚੰਗਾ ਹੈ। ਇਸ ਕਰਕੇ ਹਜ਼ੂਰ ਕਿਆ ਕਰਦੇ ਸੀ, ਮਨ ਲੱਗੇ ਜਾਂ ਨਾ ਲੱਗੇ ਤੁਸੀਂ ਬੈਠੋ ਜੀ। ਸੋ ਤੁਸੀਂ ਆਪਣਾ ਜੋ ਅਸੀਂ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਹੈ, ਮਹਾਰਾਜ ਜੀ ਆਪਣਾ ਕਰਨਗੇ ਜੀ। ਬਾਬਾ ਜੀ ਬੜੇ ਗੁਨਾਹਗਾਰ ਜੀਵਾਂ, ਬਖਸ਼ ਲੈਣਾ। ਗੁਨਾਹਗਾਰ ਤਾਂ ਸਾਰੇ ਹੀ ਹੈ, ਜੇ ਗੁਨਾਹ ਨਾ ਹੁੰਦਾ ਤਾਂ ਕਾਹਨੂੰ ਇੱਥੇ ਬੈਠੇ ਹੁੰਦੇ ਆਪਾਂ। ਆਪਣੀ ਸੋ ਇਹ ਤਾਂ ਮਾਲਿਕ ਨੇ ਆਪਾਂ ਨੂੰ ਮੌਕਾ ਦਿੱਤਾ ਹੈ, ਬਖਸ਼ਿਸ਼ ਕੀਤੀ ਹੈ ਬੜੀ ਬੇਟਾ ਜੀ। ਆਪਣੀ ਤੇ ਮੇਰੇ ਬਣਾਈ ਰੱਖਣਾ ਸੱਚੇ ਪਾਤਸ਼ਾਹ ਚੰਨਨ ਨਾਲ। ਬਾਪੂ ਜੀ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਜਿੱਦਾਂ ਹੁਣ ਸਾਨੂੰ ਨਾਮਦਾਨ ਨਹੀਂ ਮਿਲਿਆ ਹੈਗਾ, ਅਸੀਂ ਕੀ ਕਰ ਸਕਦੇ ਹਾਂ? ਬੇਟਾ ਆਪਾਂ ਸਤਸੰਗ ਸੁਣੀਏ, ਆਪਾਂ ਆਪਣੀ ਨੀਂਹ ਬਣਾਈਏ। ਜੇ ਨੀਂਹ ਚੰਗੀ ਹੋਊਗੀ, ਜਿੰਨੀ ਮਰਜ਼ੀ ਆਪਾਂ ਵੱਡੀ ਇਮਾਰਤ ਬਣਾ ਲਈਏ। ਜੇ ਨੀਂਹ ਕਮਜ਼ੋਰ ਹੋਊਗੀ ਤਾਂ ਇਮਾਰਤ ਡਿੱਗ ਪਊਗੀ ਬੇਟਾ, ਪਹਿਲਾਂ ਤੂਫਾਨ ਆਊਗਾ, ਇਮਾਰਤ ਡਿੱਗ ਪਊਗੀ। ਸੋ ਉਹਨਾਂ ਚਿਰ ਆਪਣੀ ਨੀਂਹ ਬਣਾ, ਸਮਝਣ ਦੀ ਕੋਸ਼ਿਸ਼ ਕਰੋ, ਔਰ ਫਿਰ ਨਾਮਦਾਨ ਮਿਲੂਗਾ, ਸਾਡੀ ਤਰੱਕੀ ਵੀ ਬੜੀ ਛੇਤੀ ਹੋਊਗੀ ਬੇਟਾ। ਦੇ ਬਾਪੂ ਜੀ ਜਿੱਦਾਂ ਹੁਣ ਆਪਣਾ ਮਨ ਆ ਜਿਹੜੇ ਗਲਤ ਚੀਜ਼ਾਂ ਵੱਲ ਛੇਤੀ ਜ਼ਿਆਦਾ ਧਿਆਨ ਦਿੰਦਾ ਜੀ, ਇਹਨੂੰ ਕਿੱਦਾਂ ਕੰਟਰੋਲ ਕਰੀਏ? ਬੇਟਾ ਦੇਖੋ, ਮਨ ਆਦਤ ਤੋਂ ਮਜਬੂਰ ਹੈ। ਜਿਵੇਂ ਆਪਾਂ ਪ੍ਰਭਾਵ ਮਨ ਦੇ ਉੱਤੇ ਪਾਇਆ, ਮਨ ਨੇ ਉਸੇ ਤਰ੍ਹਾਂ ਚੱਲਣਾ ਹੈਗਾ। ਮਗਰ ਮਾਲਿਕ ਨੇ ਆਪਾਂ ਨੂੰ ਵਿਵੇਕ ਵੀ ਕੀ ਦਿੱਤੀ ਹੈ ਬੇਟਾ। ਵਿਵੇਕ ਦਾ ਮਤਲਬ ਹੈ ਕਿ ਅਸੀਂ ਸੋਚੀਏ, ਸਮਝੀਏ ਕਿ ਸਹੀ ਕੀ ਹੈ। ਹੁਣ ਥੋੜ੍ਹਾ ਜਿਹਾ ਆਪਾਂ ਅਣਗਹਿਲੀ ਕਰਕੇ ਥੋੜ੍ਹਾ ਜਿਹਾ ਕਦਮ ਚੁੱਕ ਲਈਏ ਔਰ ਅੱਗੇ ਜਾ ਕੇ ਮਹੀਨੇ ਮਹੀਨੇ ਸਾਨੂੰ ਪਛਤਾਉਣਾ ਪਵੇ ਤਾਂ ਸਾਨੂੰ ਸਿਆਣਾ ਕੌਣ ਕਹੂਗਾ ਬੇਟਾ। ਬਾਬਾ ਜੀ ਜਦੋਂ ਵੀ ਮੈਂ ਸੌਵਾਂ ਜਾਗਾਂ ਤੇ ਹਰ ਪਲ ਹਰ ਸਵਾਸ ਨਾਲ ਥੋੜੇ ਦਿੱਤਾ ਚਾਹੀਦੇ ਨੇ। ਬੇਟਾ ਬਾਬਾ ਜੀ ਮੇਰਾ ਸਵਾਲ ਹੈ ਕਿ ਮੈਂ ਕਦੀ ਭਜਨ ਸਿਮਰਨ ਪੂਰਾ ਕੀਤਾ ਹੀ ਨਹੀਂ ਹੈ, ਤੇ ਮੇਰਾ ਕੀ ਹੋਏਗਾ? ਨਹੀਂ ਬੇਟਾ, ਆਪਾਂ ਦੇਖੋ ਕਿਹੜਾ ਕੰਮ ਹੈ ਜਿਹੜਾ ਵਕਤ ਔਰ ਧਿਆਨ ਤੋਂ ਬਗੈਰ ਆਪਾਂ ਪੂਰਾ ਕਰ ਸਕਦੇ ਹੈ? ਕੋਈ ਕੰਮ ਬੱਚਾ ਪੂਰੀ ਤਰ੍ਹਾਂ ਧਿਆਨ ਨਾ ਦੇਵੇ ਜਾਂ ਵਕਤ ਨਾ ਕੱਢੇ, ਕੀ ਪੜ੍ਹਾਈ ਪੂਰੀ ਕਰ ਸਕੂਗਾ? ਚੌਂਕੇ ਵਿੱਚ ਆਪਾਂ ਪੂਰੀ ਤਰ੍ਹਾਂ ਧਿਆਨ ਨਾ ਦੇਈਏ, ਵਕਤ ਨਾ ਕੱਢੀਏ ਤਾਂ ਕੋਈ ਆਪਣਾ ਰੋਟੀ ਬਣ ਜਾਊਗੀ? ਸੋ ਜਦੋਂ ਬੇਟਾ ਜ਼ਿੰਦਗੀ ਦੀ ਹਰੇਕ ਪਹਿਲੂ ਵਿੱਚ ਵਕਤ ਔਰ ਧਿਆਨ ਦੇਣਾ ਪੈਂਦਾ ਤਾਂ ਭਜਨ ਸਿਮਰਨ 'ਚ ਕਿਉਂ ਨਹੀਂ ਆਪਾਂ ਫਿਰ ਵਕਤ ਔਰ ਧਿਆਨ ਦਿੰਦੇ ਬੇਟਾ? ਹੁਣ ਜੇ ਅਧੂਰੀ ਰਹੂਗਾ, ਹੁਣ 8 ਘੰਟੇ ਕਿਸੇ ਨੇ ਕੰਮ ਕਰਨੇ ਆ, 1-2 ਘੰਟੇ ਜਾ ਕੇ ਵਾਪਸ ਆ ਜਾਂਦਾ ਹੈ, ਉਹਨੂੰ ਨੌਕਰੀ 'ਚ ਰੱਖੂਗਾ ਕੋਈ ਬੇਟਾ? ਬੱਚਾ ਕਵੇ ਜੀ ਮੈਂ ਇੱਕ ਸਬਜੈਕਟ ਪੜ੍ਹ ਕੇ ਆ ਜਾਣਾ, ਕੀ ਸਿੱਖੂਗਾ? ਸੋ ਬੇਟਾ ਜਿੰਨਾ ਚਿਰ ਆਪਾਂ ਪੂਰਾ ਵਕਤ ਨਹੀਂ ਦੇਵਾਂਗੇ, ਧਿਆਨ ਨਹੀਂ ਲਗਾਵਾਂਗੇ ਤਾਂ ਫਿਰ ਕੰਮ ਨਹੀਂ ਨਾ ਬਣਨ ਲੱਗਿਆ। ਸ਼ੁਕਰਾਨਾ ਬਾਬਾ ਜੀ, ਤੁਸੀਂ ਮੈਨੂੰ ਮੌਕਾ ਦਿੱਤਾ, ਸਾਥ ਤੇ ਦਿਆ ਮੇਰੇ ਯਾਰ ਨੂੰ। ਰਾਜਸਥਾਨ ਬਾਬਾ ਜੀ ਜਦੋਂ ਭਜਨ ਤੇ ਬੈਠਦੇ ਆ ਨਾ ਜੀ, ਪਹਿਲਾਂ ਤਾਂ ਬੜੀ ਵਧੀਆ ਧੁਨ ਸੁਣਦੀ ਸੀ। ਹੁਣ ਪਤਾ ਨਹੀਂ ਜਾਂ ਤਾਂ ਸੇਵਾ ਵੱਲ ਜ਼ਿਆਦਾ ਚੱਲ ਗਏ ਆ, ਜਦੋਂ ਲੰਗਰ ਦੀ ਸੇਵਾ ਸ਼ੁਰੂ ਹੋਈ ਸੀ ਪਟਿਆਲੇ 'ਚ, ਤੇ ਬਹੁਤ ਧੀਮੀ ਹੈ, ਬਹੁਤ ਘੱਟ ਗਈ। ਨਹੀਂ ਬੇਟਾ, ਇੱਕ ਚੀਜ਼ ਤੁਸੀਂ ਸਮਝ ਲਓ ਕਿ ਮਾਲਿਕ ਕੋਈ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਹਾਂਜੀ ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਕਿ ਉਹਨੇ ਇੱਕ ਤੋਂ ਲੈ ਕੇ ਦੂਜੇ ਨੂੰ ਦੇਣੀ ਹੈ। ਹਾਂਜੀ ਸਾਡਾ ਧਿਆਨ ਭਟਕ ਜਾਂਦਾ ਹੈ। ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੀ ਸ਼ਕਲ ਤੁਹਾਨੂੰ ਦਿਖਾਈ ਦੇ ਰਹੀ ਹੈ, ਤੁਸੀਂ ਆਪਣਾ ਚਿਹਰਾ ਉੱਧਰ ਕਰੋ ਔਰ ਕਹੋ ਜੀ ਕਿੱਥੇ ਉੱਠ ਕੇ ਚਲੇ ਗਏ, ਮੈਂ ਤਾਂ ਕਿਤੇ ਨਹੀਂ ਗਿਆ, ਤੁਹਾਡਾ ਧਿਆਨ ਦੂਜੇ ਪਾਸੇ ਹੋ ਗਿਆ। ਠੀਕ ਹੈ। ਸੋ ਉਸੇ ਤਰ੍ਹਾਂ ਜਿਵੇਂ ਜਿਵੇਂ ਆਪਣਾ ਧਿਆਨ ਫੈਲ ਜਾਂਦਾ ਬੇਟਾ, ਅਸੀਂ ਸੋਚਦੇ ਹਾਂ ਕਿ ਉਹ ਧੁੰਨ ਘੱਟ ਹੋ ਗਈ। ਦੇਖੋ ਧੁੰਨ ਔਰ ਪ੍ਰਕਾਸ਼ ਘੱਟ ਨਹੀਂ ਹੁੰਦਾ ਔਰ ਨਾ ਵੱਧਦਾ ਹੈ, ਉਹ ਤਾਂ ਉਸੇ ਲਹਿਜ਼ੇ ਵਿੱਚ ਧੁੰਨ ਚੱਲ ਰਹੀ ਹੈ, ਉਸੇ ਲਹਿਜ਼ੇ ਵਿੱਚ ਪ੍ਰਕਾਸ਼ ਚੱਲ ਰਿਹਾ। ਸਾਡਾ ਧਿਆਨ ਜਦੋਂ ਮਨ ਵਿੱਚ ਇਕਾਗਰਤਾ ਹੁੰਦੀ ਹੈ ਚੰਗੀ ਤਰ੍ਹਾਂ ਸੁਣਾਈ ਦਿੰਦੀ ਹੈ, ਮਨ 'ਚ ਇਕਾਗਰਤਾ ਨਹੀਂ ਹੁੰਦੀ ਫਿੱਕੀ ਸੁਣਾਈ ਦਿੰਦੀ ਹੈ ਬੇਟਾ। ਸੋ ਸਾਡੇ ਧਿਆਨ ਦੇ ਉੱਤੇ ਮੁਨਸਰ ਹੈ। ਅੱਛਾ, ਸੰਭਾਲ ਕਰ ਲਓ। ਕੋਈ ਬਾਬਾ ਜੀ ਥੈਂਕ ਯੂ ਇੰਨਾ ਸੋਹਣਾ ਮੌਕਾ ਦੇਣ ਲਈ, ਉਮੀਦ ਨਹੀਂ ਕੀਤੀ ਸੀਗੀ। ਬਾਬਾ ਜੀ ਮੇਰਾ ਕੁਐਸਚਨ ਹੈ ਕਿ ਮੈਂ ਨਾ ਹਮੇਸ਼ਾ ਗਲਤੀਆਂ ਬਹੁਤ ਕਰਦਾ, ਅਤੇ ਜਿੱਦਾਂ ਕੋਈ ਕੰਮ ਕਰਦਾ ਆ ਅਤੇ ਉਹਦਾ ਐਕਸਪੀਰੀਅੰਸ ਨਹੀਂ ਲੈਂਦਾ, ਅਗਲੀ ਵਾਰੀ ਉਹਨੂੰ ਕਰਦਾ ਅਤੇ ਦੁਬਾਰਾ ਫਿਰ ਸਟਾਰਟਿੰਗ ਤੋਂ ਉਹ ਕੰਮ ਚੱਲਦਾ ਮੇਰਾ। ਨਹੀਂ ਬੇਟਾ, ਫਿਰ ਆਪਾਂ ਕਿਵੇਂ ਸਿੱਖਾਂਗੇ? ਜ਼ਿੰਦਗੀ ਮਾਲਕ ਨੇ ਸਿੱਖਣ ਵਾਸਤੇ ਦਿੱਤੀ ਹੈ ਨਾ। ਗਲਤੀ ਕਰਕੇ ਉਸ ਤੋਂ ਸਿੱਖ ਕੇ ਆਪਾਂ ਜ਼ਿੰਦਗੀ ਸਵਾਰਾਂਗੇ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਬਾਰ-ਬਾਰ ਗਲਤੀਆਂ ਕਰਦੇ ਜਾਵਾਂਗੇ ਤਾਂ ਫਿਰ ਬੋਝ ਸਾਨੂੰ ਚੁੱਕਣਾ ਪਊਗਾ ਬੇਟਾ। ਬਾਬਾ ਜੀ ਜਿੱਦਾਂ ਮਤਲਬ ਸਾਨੂੰ ਡਰ ਕਿਉਂ ਲੱਗਦਾ ਕਿਸੇ ਚੀਜ਼ ਤੋਂ, ਮਤਲਬ ਕੰਮ ਤੋਂ, ਜਾਂ ਐਕਸਪੀਰੀਅੰਸ ਨਹੀਂ ਰਹਿੰਦਾ, ਮਤਲਬ
ਕਿਉਂ ਡਰ ਲੱਗਦਾ ਕਿਸ ਚੀਜ਼ ਦਾ? ਬੇਟਾ ਡਰਦੇ ਤਾਂ ਸਾਰੇ ਹੀ ਆ ਆਪਾਂ, ਕੋਈ ਕਿਸੇ ਚੀਜ਼ ਤੋਂ ਡਰਦਾ ਹੈ, ਕੋਈ ਕਿਸੇ ਚੀਜ਼ ਤੋਂ ਡਰਦਾ ਹੈ। ਨਾ ਸਫਲਤਾ ਤੋਂ ਤਾਂ ਸਾਰੇ ਹੀ ਡਰਦੇ ਆ ਬੇਟਾ, ਸਾਰਿਆਂ ਨੂੰ ਸਫਲਤਾ ਚਾਹੀਦੀ ਹੈਗੀ ਹੈ, ਮਗਰ ਜਿੰਨਾ ਚਿਰ ਆਪਾਂ ਅੱਗੇ ਨਹੀਂ ਵਧਾਂਗੇ। ਹੁਣ ਛੋਟਾ ਬੱਚਾ ਹੈ ਬੇਟਾ, ਉਹ ਦੇਖਦਾ ਸਾਰੇ ਭੱਜ ਰਹੇ ਆ, ਖੇਲ ਰਹੇ ਆ, ਉਹਦਾ ਵੀ ਜੀ ਕਰਦਾ, ਮਗਰ ਪਹਿਲਾਂ ਤਾਂ ਉਹਨੂੰ ਰਿੜਨਾ ਪਊਗਾ, ਫਿਰ ਖੜਾ ਹੋਣਾ ਸਿੱਖੂਗਾ। ਹੁਣ ਚੱਲਦੇ ਚੱਲਦੇ ਪਹਿਲਾਂ ਕਈ ਵਾਰੀ ਡਿੱਗੂਗਾ, ਕਈ ਵਾਰੀ ਖੜਾ ਹੋਊਗਾ। ਹੁਣ ਜੇ ਡਰ ਕੇ ਹਿੰਮਤ ਛੱਡ ਦੂਗਾ ਤਾਂ ਕਦੇ ਵੀ ਨਹੀਂ ਭੱਜ ਸਕਦਾ ਬੇਟਾ, ਮਗਰ ਜੇ ਹਿੰਮਤ ਰੱਖੂਗਾ ਇੱਕ ਦਿਨ ਚੱਲਣਾ ਵੀ ਸ਼ੁਰੂ ਕਰ ਦੂਗਾ ਔਰ ਭੱਜਣਾ ਵੀ ਸ਼ੁਰੂ ਕਰ ਦੂਗਾ ਬੇਟਾ। ਬਾਬਾ ਜੀ ਮੈਂ ਨਾ ਐਕਸਾਈਟਮੈਂਟ ਦੇ ਵਿੱਚ ਕੁਝ ਜਿੱਦਾਂ ਕੰਮ ਸ਼ੁਰੂ ਕਰ ਲੈਣਾ, ਕਾਫੀ ਟਾਈਮ ਤੱਕ ਚੱਲਦਾ, ਬਾਅਦ ਵਿੱਚ ਖਤਮ ਹੋ ਜਾਂਦੀ ਹੈ। ਤੇ ਬੇਟਾ ਦੇਖੋ, ਸੋਚ ਸਮਝ ਕੇ ਕਦਮ ਚੁੱਕੋ। ਮੈਂ ਬੇਨਤੀ ਕੀਤੀ ਨਾ, ਅੱਜ ਕੱਲ੍ਹ ਦੇ ਬੱਚੇ ਬਹੁਤ ਜਲਦਬਾਜ਼ੀ ਕਰਦੇ ਆ, ਛੇਤੀ ਸਾਰਾ ਕੁਝ ਛੇਤੀ, ਵੱਡੇ ਵੀ ਛੇਤੀ ਹੋ ਜਾਈਏ, ਪੈਸੇ ਵੀ ਛੇਤੀ ਕਮਾ ਲਈਏ, ਵਿਆਹ ਵੀ ਛੇਤੀ ਹੋ ਜਾਏ, ਡਾਈਵੋਰਸ ਵੀ ਛੇਤੀ ਹੋ ਜਾਏ, ਸਾਰਾ ਕੁਝ ਛੇਤੀ 'ਚ। ਥੋੜ੍ਹਾ ਜਿਹਾ ਤਾਂ ਹੰਬਲ ਦੇ ਨਾਲ ਚੱਲੋ, ਮਾਂ-ਬਾਪ ਦੀ ਸਲਾਹ ਮੰਨ ਕੇ ਚੱਲੋ। ਮਾਂ-ਬਾਪ ਦਾ ਜਿਹੜਾ ਐਕਸਪੀਰੀਅੰਸ ਹੈ, ਅਨੁਭਵ ਹੈ, ਸਾਡੇ ਤੋਂ ਕਿਤੇ ਜ਼ਿਆਦਾ ਹੈਗਾ। ਔਰ ਜਿਹੜੀ ਚੀਜ਼ ਫਿਰ ਸੋਚ ਵਿਚਾਰ ਕੇ ਫੜ ਲਈ, ਫਿਰ ਨਿਭਾਓ ਉਹਨੂੰ। ਇਹ ਨਹੀਂ ਕਿ ਅੱਜ ਕਰ ਲਈ ਤਾਂ ਕੱਲ ਨੂੰ ਮੈਂ ਹੋਰ ਕੁਝ ਕਰਨਾ, ਤਾਂ ਪਰਸੋਂ ਹੋਰ ਕੁਝ ਕਰਨਾ, ਫਿਰ ਉਹਨੂੰ ਨਿਭਾਓ। ਮਿਹਨਤ ਕਰੀ ਚੱਲੋਗੇ, ਕਿਤੇ ਨਾ ਕਿਤੇ ਜ਼ਰੂਰ ਸਫਲਤਾ ਮਿਲੂਗੀ। ਮਗਰ ਜੇ ਮੈਂ ਇੱਕ ਕਰਕੇ ਅੱਜ ਫੜ ਲਿਆ, ਦੂਜਾ ਕੁਝ ਹੋਰ ਫੜ ਲਿਆ, ਫਿਰ ਤੀਜੇ ਦਿਨ ਹੋਰ ਫੜ ਲਿਆ, ਫਿਰ ਨਹੀਂ ਕਰਨਾ ਚੱਲਣਾ ਆਪਣਾ ਕੰਮ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਿਓ। ਇਹ ਇੱਕ ਮੈਂ ਨਾ ਬੁੱਕ ਪੜ੍ਹੀ ਸੀਗੀ ਆਪਣੇ ਡੇਰੇ ਦੀ, ਤੇ ਮਤਲਬ ਕੁਛ ਚੀਜ਼ਾਂ ਕਲੀਅਰ ਵੀ ਹੁੰਦੀਆਂ ਗਈਆਂ। ਡੇਰੇ ਕੈਂਟੀਨ ਦੀ ਸੇਵਾ ਤੇ ਸੀਗੇ ਲਾਸਟ ਮੰਥ ਦੇ, ਤੇ ਥੋੜਾ ਜਿਹਾ ਏਜ ਵੀ ਹੋ ਰਹੀ ਹੈ, ਤੇ ਹੁਣ ਨਾਮਦਾਨ ਦੀ ਸੋਚਿਆ ਸੀਗਾ ਕਿ ਅਪਲਾਈ ਕਰੀਏ। ਸੋਚਦਾ ਤਾਂ ਬਹੁਤ ਕੁਛ ਹੈ ਤੂੰ, ਤੇ ਫਿਰ ਜਦੋਂ ਘਰੇ ਗਏ ਕਦਮ ਜਿੰਨਾ ਚਿਰ ਕਦਮ ਅੱਗੇ ਨਹੀਂ ਚੁੱਕਦਾ, ਇਹ ਸੋਚਾਂ ਦੇ ਨਾਲ ਨਹੀਂ, ਸੋਚ ਨਾ ਹੋਵੇ। ਬਾਬਾ ਜੀ ਮੇਰੇ ਨਾਲ ਡਾਈਜੈਸ਼ਨ ਘੱਟ ਆਈ, ਤਾਂ ਮਤਲਬ ਇਹ ਵੀ ਹੋ ਸਕਦਾ ਕਿ ਰੂਹਾਨੀਅਤ ਦੇ ਵਿੱਚ ਵੀ ਕਹਿੰਦੇ ਕਿ ਆਪਣੀ ਡਾਈਜੈਸ਼ਨ ਵਧਾਓ, ਹਾਂ, ਤੇ ਇਹਦਾ ਇਫੈਕਟ ਪੈਂਦਾ ਹੈ? ਨਹੀਂ ਬੇਟਾ, ਪੇਟ ਸਾਫ਼ ਰੱਖਣਾ ਤਾਂ ਚੰਗੀ ਗੱਲ ਹੈ। ਬਾਬਾ ਨਾਮਦਾਨ ਦੀ ਬਖਸ਼ਿਸ਼ ਕਰਿਆ। ਬਾਬਾ ਜੀ ਜੇ ਅਸੀਂ ਮਾਸ ਖਾਂਦੇ ਆ ਤੇ ਸਾਨੂੰ ਉਹਦਾ ਵੀ ਕਰਮ ਦੇਣਾ ਪੈਂਦਾ ਜੀ? ਬੇਟਾ ਦੇਖੋ, ਆਪਣੇ ਮਾਸ ਕਿਉਂ ਖਾਂਦੇ? ਜ਼ੁਬਾਨ ਦੇ ਸਵਾਦ ਵਾਸਤੇ, ਕਿਉਂਕਿ ਜੇ ਤਾਕਤ ਦਾ ਆਪਾਂ ਕਹੀਏ, ਤਾਕਤ ਤਾਂ ਆਪਾਂ ਨੂੰ ਦਾਲ ਸਬਜ਼ੀ ਚੋਂ ਵੀ ਮਿਲ ਸਕਦੀ ਹੈ, ਠੀਕ ਹੈ ਨਾ। ਹੁਣ ਕਿੰਨਾ ਬੋਝ ਤੁਸੀਂ ਚੱਕਣਾ ਹੈਗਾ, ਇਹ ਤੁਹਾਡੇ ਉੱਤੇ ਨਿਰਭਰ ਹੈ। ਹੁਣ ਕਮੀਜ਼ ਦਾ ਬੋਝ ਤੁਸੀਂ ਬੜੇ ਆਰਾਮ ਨਾਲ ਚੱਕ ਲਓਗੇ, ਮਗਰ ਜੇ ਅਸੀਂ 30-40 ਕਿਲੋ ਦਾ ਬੋਝ ਆਪਣੇ ਉੱਤੇ ਪਾ ਦਿਆਂਗੇ ਤੇ ਨੀਚੇ ਦਬ ਜਾਵਾਂਗੇ ਨਾ। ਹੁਣ ਆਪਾਂ ਰੂਹਾਨੀਅਤ ਨੂੰ ਭੁੱਲ ਜਾਈਏ, ਆਪਾਂ ਦੇਖੀਏ ਕਾਨੂੰਨ ਦੇ ਤਰਫ ਤੇ। ਕਾਨੂੰਨਨ ਤੁਸੀਂ ਕਿਸੇ ਦੇ ਬਾਗ ਵਿੱਚੋਂ ਫੁੱਲ ਪੱਟਦੇ ਹੋ, ਉਹ ਤੁਹਾਨੂੰ ਬੁਰੀ ਨਜ਼ਰ ਨਾਲ ਦੇਖੂਗਾ। ਤੁਸੀਂ ਅੱਗੇ ਜਾ ਕੇ ਪੱਥਰ ਚੱਕ ਕੇ ਉਹਦੀ ਮੁਰਗੀ ਮਾਰ ਦਿੰਦੇ ਹੋ, ਉਹ ਤੁਹਾਨੂੰ ਬੁਰਾ ਭਲਾ ਕਹੂਗਾ। ਅੱਗੇ ਜਾ ਕੇ ਤੁਸੀਂ ਘੋੜਾ ਮਾਰ ਦਿੰਦੇ ਹੋ, ਤੁਹਾਨੂੰ ਕੋਰਟ ਕਚਹਿਰੀ 'ਚ ਲੈ ਜਾਊਗਾ। ਉਹਨੂੰ ਮਾਰ ਦਿੰਦੇ ਹੋ, ਫਾਂਸੀ ਦੀ ਸਜ਼ਾ ਅੱਗੇ ਖੜੀ ਹੈ। ਹੁਣ ਹਰ ਵਕਤ ਤੁਸੀਂ ਕਿਸੇ ਨਾ ਕਿਸੇ ਦੀ ਚੀਜ਼ ਦੀ, ਜੀਵ ਦੀ ਜਾਂ ਕਿਸੇ ਚੀਜ਼ ਦੀ ਹੱਤਿਆ ਕੀਤੀ ਹੈ, ਠੀਕ ਹੈ। ਮਗਰ ਜਿਹੜਾ ਇਨਸਾਨ ਨੂੰ ਮਾਰਨ ਦਾ ਗੁਨਾਹ ਹੈ, ਉਹ ਘੋੜੇ ਨੂੰ ਮਾਰਨ ਤੇ ਜ਼ਿਆਦਾ ਹੈ। ਘੋੜੇ ਮਾਰਨ ਦਾ ਗੁਨਾਹ ਮੁਰਗੀ ਤੋਂ ਮਾਰਨ ਤੋਂ ਜ਼ਿਆਦਾ ਹੈ। ਮੁਰਗੀ ਨੂੰ ਮਾਰਨ ਦਾ ਫੁੱਲ ਪੱਟਣ ਤੋਂ ਜ਼ਿਆਦਾ ਹੈ। ਸੋ ਇਸ ਕਰਕੇ ਬੇਟਾ, ਕਰਮਾਂ ਦਾ ਹਿਸਾਬ ਕਿਤਾਬ ਹੈ, ਅੰਤ ਵਿੱਚ ਤਾਂ ਕਰਮਾਂ ਦੇ ਨਾਲ ਚੱਲਣਾ ਹੈਗਾ ਸਾਰਾ ਕੁਝ। ਹੁਣ ਇਨਸਾਨ ਵਿੱਚ 5 ਤੱਤ ਮੌਜੂਦ ਹੈ, ਘੋੜੇ ਵਿੱਚ 4 ਹੈ, ਮੁਰਗੀ ਵਿੱਚ 3 ਹੈ, ਔਰ ਫਿਰ 2 ਔਰ 1। ਹੁਣ ਜਿਵੇਂ ਤੁਸੀਂ ਕਰੋਗੇ ਉਸੇ ਤਰ੍ਹਾਂ ਕਰਮਾਂ ਦਾ ਬੋਝ ਪਊਗਾ ਬੇਟਾ। ਹੁਣ 2-3 ਮਿੰਟ ਦੇ ਸਵਾਦ ਵਾਸਤੇ ਜੇ ਮੈਂ ਕਿਸੇ ਦੀ ਹੱਤਿਆ ਕਰੂੰਗਾ, ਮੰਨ ਲਿੱਤਾ ਜਾਵੇ ਕਿ ਅੱਗੇ ਜਾ ਕੇ ਸਾਡੇ ਤੋਂ ਵੀ, ਇਨਸਾਨ ਤੋਂ ਵੀ ਕੋਈ ਹੋਰ ਜੂਨੀ ਮਿਲ ਜਾਵੇ, ਉਹ ਸਾਡੇ ਬੱਚਿਆਂ ਦੀ ਹੱਤਿਆ ਕਰੇ ਆਪਣੇ ਸਵਾਦ ਵਾਸਤੇ, ਆਪਾਂ ਨੂੰ ਚੰਗਾ ਲੱਗੂਗਾ ਬੇਟਾ? ਬਾਬਾ ਜੀ ਆਪਣੇ ਅਣਸਮਝ ਬੱਚੇ ਦੇ ਮੇਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਿਓ ਜੀ। ਬਾਬਾ ਜੀ ਰਾਸੋਮੀ, ਬਾਬਾ ਜੀ ਮੈਂ ਇੱਕ ਵਾਅਦਾ ਮੰਗਦੀ ਹਾਂ ਆਪ ਤੋਂ। ਮੈਂ ਭਜਨ ਸਿਮਰਨ ਕਰਕੇ ਤੁਹਾਨੂੰ ਅੰਦਰੋਂ ਪਾ ਕੇ ਫਿਰ ਇੱਥੋਂ ਜਾਣਾ ਚਾਹੁੰਦੀ ਹਾਂ। ਮੈਨੂੰ ਵਾਅਦਾ ਦੇਵੋ, ਮੇਰੀ ਮਦਦ ਬੜਾ ਕਰੋ। ਸ਼ਾਬਾਸ਼, ਬੜੀ ਚਲਾਕ ਹੈ।
ਬਾਬਾ ਜੀ ਨੇ ਤੇ ਚੰਗਾ ਤਰੀਕਾ ਕਿ ਬਸ ਇਹਨੂੰ ਇੱਥੇ ਰੱਖ ਲਓ। ਉਹ ਬਾਬਾ ਵੀ ਜਾਣਦਾ ਹੈ, ਐ ਨਹੀਂ ਤੂੰ। ਕਰੋ ਬਾਬਾ ਜੀ। ਬੇਟਾ ਆਪਾਂ ਭਜਨ ਸਿਮਰਨ ਕਰਨਾ ਜਿੱਥੇ ਮਰਜ਼ੀ ਬੈਠੀ। ਮੈਂ ਕਰਾਂਗੀ ਜੀ, ਜ਼ਰੂਰ ਕਰਾਂਗੀ, ਪਰ ਤੁਹਾਨੂੰ ਪਾਣਾ ਜੀ ਅੰਦਰੋਂ, ਪਾਣਾ ਬਸ ਮਿਲੇ। ਠੀਕ ਹੈ, ਤੁਹਾਡੀ ਸੋਚ ਠੀਕ ਹੈ, ਮਗਰ ਇਹਨੂੰ ਹੁਣ ਆਪਾਂ ਕਰਨੀ ਵਿੱਚ ਜ਼ਾਹਿਰ ਕਰੀਏ। ਠੀਕ ਹੈ ਜੀ, ਹੈਂ? ਠੀਕ ਹੈ, ਬਿਲਕੁਲ ਠੀਕ। ਰਾਤ ਬਾਬਾ ਜੀ ਅਸੀਂ ਸੇਵਾ ਕਰਦੇ ਹਾਂ ਤੇ ਸਾਡੀ ਸੇਵਾ ਕਿੱਦਾਂ ਸਫਲ ਹੋਏਗੀ? ਬੇਟਾ ਆਪਾਂ ਸਫਲਤਾ ਵਾਸਤੇ ਨਹੀਂ ਕਰਨੀ, ਆਪਾਂ ਸੇਵਾ ਵਾਸਤੇ ਕਰਨੀ। ਸੇਵਾ ਦੀ ਲੋੜ ਸਾਨੂੰ ਹੈ ਬੇਟਾ, ਕਿਉਂਕਿ ਅਸੀਂ ਮਾਹੌਲ ਬਣਾਉਣਾ ਹੈ ਕਿ ਭਜਨ ਸਿਮਰਨ ਕਰ ਸਕੀਏ, ਆਪਣੇ ਆਪ ਨੂੰ ਉਹਦੇ ਲਾਇਕ ਬਣਾ ਸਕੀਏ। ਪਰ ਇਹਨੂੰ ਗਿਣਤੀ ਵਿੱਚ ਨਾ ਪਾਓ ਬੇਟਾ। ਗਿਣਤੀ ਵਿੱਚ ਪਾਵਾਂਗੇ ਆਪਣੀ ਕਰਨੀ ਦਾ ਨਤੀਜਾ ਮਿਲੂਗਾ, ਸਾਡੀ ਕਰਨੀ ਕਦੇ ਇੰਨੀ ਹੋ ਨਹੀਂ ਸਕਦੀ। ਸੋ ਇਸ ਕਰਕੇ ਇਹ ਤਾਂ ਇੱਕ ਬੂੰਦ ਹੈ ਸਮੁੰਦਰ ਵਿੱਚ। ਸੋ ਆਪਣੇ ਵੱਲੋਂ ਕਸਰ ਨਾ ਛੱਡੋ, ਆਪਣੇ ਵੱਲੋਂ ਪੂਰੀ ਕਰੋ, ਮਗਰ ਉਹ ਕਿਸੇ ਦਾ ਬੋਝ ਨਹੀਂ ਚੱਕਦਾ। ਜਿੰਨਾ ਕਰਾਂਗੇ ਉਸ ਤੋਂ ਕਿਤੇ ਜ਼ਿਆਦਾ ਉਹਦੀ ਬਖਸ਼ਿਸ਼ ਹੋਊਗੀ, ਮਗਰ ਤੁਸੀਂ ਨਾ ਗਿਣਤੀ ਕਰੋ ਬੇਟਾ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਨਾ। ਬਾਬਾ ਜੀ ਮੇਰਾ ਸਵਾਲ ਹੈ ਜੀ, ਜਦ ਮੈਂ ਭਜਨ ਸਿਮਰਨ 'ਚ ਬੈਠਦਾ ਹਾਂ ਤਾਂ ਤੁਹਾਡਾ ਰੂਹਾਨੀ ਸਰੂਪ ਟਿਕਦਾ ਨਹੀਂ ਅੱਖਾਂਗੇ, ਇਹ ਕੀ ਕਾਰਨ ਹੋ ਸਕਦਾ? ਬੇਟਾ ਧਿਆਨ ਸਾਡੇ ਵੱਸ ਦੀ ਗੱਲ ਨਹੀਂ ਗੀ, ਅਸੀਂ ਸਿਰਫ ਸਿਮਰਨ ਕਰ ਸਕਦੇ ਹਾਂ। ਸਿਮਰਨ ਨਾਲ ਇਕਾਗਰਤਾ ਆਊਗੀ, ਆਪਣੇ ਆਪ ਧਿਆਨ ਆਊਗਾ। ਅਸੀਂ ਨਹੀਂ ਕਰ ਸਕਦੇ। ਦੇਖੋ ਚੱਲਦੇ ਪਾਣੀ ਵਿੱਚ ਆਪਾਂ ਆਪਣੀ ਸ਼ਕਲ ਨਹੀਂ ਦੇਖ ਸਕਦੇ, ਪਾਣੀ ਸਥਿਰ ਹੋਊਗਾ ਤਾਂ ਸ਼ਕਲ ਦਿਖਾਈ ਦੇਊਗੀ। ਜਿੰਨਾ ਚਿਰ ਮਨ ਵਿੱਚ ਉਤਾਵਲਾਪਨ ਹੈ ਉਹ ਧਿਆਨ ਨਹੀਂ ਆਉਂਦਾ। ਸਿਮਰਨ ਕਰਕੇ ਮਨ ਨੂੰ ਸਥਿਰ ਕਰਾਂਗੇ ਤਾਂ ਧਿਆਨ ਆਊਗਾ ਬੇਟਾ। ਸੋ ਤੁਸੀਂ ਫਿਕਰ ਨਾ ਕਰੋ, ਤੁਸੀਂ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰੋ ਆਪਣੇ ਸਿਮਰਨ ਦੇ ਨਾਲ। ਮੇਰਾ ਦੂਸਰਾ ਸਵਾਲ ਹੈ ਜੀ, ਜਦ ਅਸਾਂ ਸਿਮਰਨ ਕਰਦੇ ਹਾਂ ਕਈ ਵਾਰ ਜਵਾਨ ਰੁਕ ਜਾਂਦੀ ਹੈ ਪਰ ਸਿਮਰਨ ਚੱਲਦਾ ਰਹਿੰਦਾ, ਕੀ ਇਹ ਲਿਖੇ ਲੱਗੂਗਾ? ਉਹ ਤਾਂ ਚੰਗੀ ਗੱਲ ਹੈ ਬੇਟਾ, ਉਹੀ ਤਾਂ ਸਾਡਾ ਲਕਸ਼ ਹੈ ਕਿ ਮਨ ਉਸ ਸਿਮਰਨ ਨੂੰ ਚੱਕ ਲੇ। ਮਕਸਦ ਇਹ ਹੈ, ਜ਼ੁਬਾਨ ਦੇ ਨਾਲ ਕਰਨ ਦਾ ਮਕਸਦ ਇਹ ਹੈ ਕਿ ਮਨ ਉਸ ਚੀਜ਼ ਨੂੰ ਚੱਕ ਲੇ। ਜਦੋਂ ਮਨ ਸਿਮਰਨ ਕਰੂਗਾ ਫਿਰ ਟਿਕਾਓ ਬੜੀ ਜਲਦੀ ਮਿਲੂਗਾ। ਜਿੰਨਾ ਚਿਰ ਜ਼ੁਬਾਨ ਨਾਲ ਕਰ ਰਹੇ ਹੋ ਨਾ, ਹਲੇ ਮਨ ਵਿੱਚ ਸੋਚ ਚੱਲ ਰਹੀ ਹੈ। ਸਮਝ ਗਏ ਨਾ? ਤੁਸੀਂ ਸਿਮਰਨ ਕਰੀ ਜਾਂਦੇ ਹੋ, ਮਨ ਆਪਣੀਆਂ ਸੋਚਾਂ ਵਿੱਚ ਪਿਆ ਹੋਇਆ ਹੈ। ਮਗਰ ਜਦੋਂ ਮਨ ਨੇ ਸਿਮਰਨ ਨੂੰ ਚੱਕ ਲੈਣਾ, ਫਿਰ ਮਨ ਸੋਚੂਗਾ ਨਹੀਂ, ਫਿਰ ਉਹ ਸਿਮਰਨ ਕਰੂਗਾ, ਫਿਰ ਟਿਕੂਗਾ ਅਸਲ ਤਰੀਕੇ ਨਾਲ। ਨਾਮ ਦੀ ਕਮਾਈ ਬਰਕਤ ਕਰਨਾ ਬਾਬਾ ਜੀ, ਰਸ। ਸ਼ੁਕਰ ਹੈ ਬਾਬਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰ ਜੋ ਤੁਸੀਂ ਮੇਰੀ ਆਪਣੀ ਸੇਵਾ 'ਚ ਲਗਾਇਆ। ਆਪਣੀ ਸੇਵਾ ਕਰਾਉਂਦੇ ਕਰਾਉਂਦੇ अपने चरणों ਦੇ ਨਿਵਾਸ ਦੇਣਾ। ਆਪਣੀ ਰਹਿਮਤ ਬਖਸ਼ੋ, ਆਪਣੀ ਦਇਆ ਮਿਹਰ ਬਖਸ਼ੋ, ਆਪਣੀ ਰਹਿਮਤ ਬਖਸ਼ੋ, ਆਪਣੀ ਦਇਆ ਮਿਹਰ ਬਖਸ਼ੋ। ਪਾਤਸ਼ਾਹ ਭਜਨ ਸਿਮਰਨ ਕਰਨ ਦੀ ਬਹੁਤ ਕੋਸ਼ਿਸ਼ ਕਰਨੀ ਆ। ਆਪਣੀ ਰਹਿਮਤ ਨਾਲ, ਆਪਣੀ ਦਇਆ ਮਿਹਰ ਨਾਲ ਮੇਰੇ ਕੋਲ ਵੀ ਆਪਣਾ ਭਜਨ ਸਿਮਰਨ ਕਰਵਾ ਲਓ। ਸ਼ਬਦ ਦੀ ਕਮਾਈ ਕਰਵਾ ਕੇ ਆਪਣੇ ਚਰਨਾਂ 'ਚ ਲਗਾਈ ਰੱਖਣਾ। ਆਪਣੀ ਦਇਆ ਮਿਹਰ ਨਾਲ ਆਪਣੇ ਸਤਲੋਕ ਲੈ ਜਾਣਾ। ਬਾਬਾ ਜੀ ਮੇਰਾ ਤਾਂ ਤੁਸੀਂ ਦੁਨੀਆ 'ਚ ਮੇਰਾ ਕੋਈ ਨਹੀਂ, ਤੁਹਾਡੇ ਸਿਵਾ ਮੇਰਾ ਕੋਈ ਨਹੀਂ ਬਾਬਾ ਜੀ। ਬੇਟਾ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਮਾਲਿਕ ਹੁੰਦਾ ਹੈਗਾ। ਇਹ ਸਾਡਾ ਭਰਮ ਹੈ ਕਿ ਦੁਨੀਆ ਵਿੱਚ ਸਾਡੇ ਰਿਸ਼ਤੇਦਾਰ ਹੈ, ਭੈਣ ਭਰਾ ਹੈਗਾ। ਇਹ ਭਰਮ ਹੈ ਆਪਣੇ ਮਨ ਦਾ। ਸਿਰਫ ਮਾਲਿਕ ਹੈ ਆਪਣਾ, ਸ਼ੁਕਰ ਕਿਉਂਕਿ ਸਹਾਰਾ ਸਿਰਫ ਉਹੀ ਬਣ ਸਕਦਾ, ਹੋਰ ਨਹੀਂ ਕੋਈ ਬਣ ਸਕਦਾ। ਸ਼ੁਕਰ ਹੈ ਬਾਬਾ ਜੀ। ਆਪਣੇ ਬੱਚਿਆਂ ਤੇ ਰਹਿਮਤ ਬਖਸ਼ਣਾ, ਦਇਆ ਮਿਹਰ ਬਖਸ਼ਣਾ, ਨਾਮ ਦੀ ਬਖਸ਼ਿਸ਼ ਕਰਨਾ। ਰਾਧਾ ਫਸਟ ਆਫ ਆਲ ਬਾਬਾ ਜੀ ਥੈਂਕ ਯੂ, ਤੁਸੀਂ ਮੈਨੂੰ ਬਹੁਤ ਅੱਛੀ ਫੈਮਿਲੀ ਦਿੱਤੀ ਹੈ। ਮੇਰਾ ਪਹਿਲਾ ਕੁਐਸਚਨ ਹੈ ਬਾਬਾ ਜੀ, ਜਦੋਂ ਵੀ ਮੇਰੀ ਲਾਈਫ 'ਚ ਕੋਈ ਪ੍ਰੋਬਲਮ ਆਉਂਦੀ ਹੈ, ਮੈਨੂੰ ਪਤਾ ਵੀ ਹੈ ਕਿ ਕਰਮਾਂ ਦੀ ਹੈ ਸਾਰੀ ਪ੍ਰੋਬਲਮ, ਕੁਝ ਵੀ ਆਉਂਦਾ, ਪਰ ਮੈਂ ਤਾਂ ਵੀ ਤੁਹਾਡੇ ਨਾਲ ਹੀ ਲੜਦੀ ਹਾਂ। ਬੇਟਾ ਚੰਗੀ ਗੱਲ ਹੈ, ਮੇਰੇ ਨਾਲ ਲੜेंगी ਤਾਂ ਵਾਪਸ ਕਿਸੇ ਨੇ ਕੁਝ ਨਹੀਂ ਕਹਿਣਾ। ਦੂਜਿਆਂ ਨਾਲ ਲੜेंगी, ਉਹਨਾਂ ਨੇ ਉਸੇ ਵਕਤ ਜਵਾਬ ਦੇ ਦੇਣਾ। ਬਾਬਾ ਜੀ ਇੱਕ ਅਰਦਾਸ ਹੈ, ਜਿਹੜਾ ਨਾਮਦਾਨ ਤੁਸੀਂ ਬਖਸ਼ਿਆ ਹੈ ਉਹਦੀ ਸੇਵਾ ਤੁਸੀਂ ਆਪ ਲੈਣੀ ਹੈ, ਕਿਰਪਾ ਕਰਿਓ, ਦਇਆ ਕਰ। ਬੇਟਾ ਦੇਖੋ, ਗੁਰੂ ਦਾ ਮਕਸਦ ਕੀ ਹੈ? ਗੁਰੂ ਦਾ ਮਕਸਦ ਇਹ ਨਹੀਂ ਕਿ ਇੱਕ ਭਰਮ 'ਚੋਂ ਸਾਨੂੰ ਦੂਜੇ ਭਰਮ ਵਿੱਚ ਲੈ ਜਾਏ। ਗੁਰੂ ਦਾ ਮਕਸਦ ਹੈਗਾ ਕਿ ਉਹ ਸਾਨੂੰ ਸੱਚ ਦਾ ਅਹਿਸਾਸ ਦਿਲਾਏ, ਸੱਚ ਦਾ ਸਾਹਮਣਾ ਕਰਨ ਦੀ ਤਾਕਤ ਬਖਸ਼ੇ। ਔਰ ਬੇਟਾ ਸੱਚ ਇਹ ਹੈ ਕਿ ਸਾਨੂੰ ਆਪਣੀ ਕਰਨੀ ਦਾ ਨਤੀਜਾ ਮਿਲੂਗਾ। ਇਹ ਜਿਹੜਾ ਆਪਾਂ ਕਹਿ ਦਿੰਦੇ ਹਾਂ ਜੀ ਤੁਸੀਂ ਕਰੋ, ਤੁਸੀਂ ਕਰਵਾਓ, ਜਿੰਨਾ ਚਿਰ ਇਨਸਾਨ ਖੁਦ ਕਦਮ ਨਹੀਂ ਚੁੱਕੂਗਾ। ਤੁਸੀਂ ਬੱਚੇ ਵਾਸਤੇ ਮਾਹੌਲ ਬਣਾ ਸਕਦੇ ਹੋ, ਤਸੱਲੀ ਦੇ ਸਕਦੇ ਹੋ, ਪੜ੍ਹਾਈ ਤਾਂ ਨਹੀਂ ਉਹਦੇ ਵਾਸਤੇ ਕਰ ਸਕਦੇ ਬੇਟਾ, ਉਹ ਤਾਂ ਉਹਨੇ ਖੁਦ ਕਰਨੀ ਹੈ। ਸੋ ਇਸ ਕਰਕੇ ਇੱਕ ਕਦਮ ਵੀ ਅਸੀਂ ਖੁਦ ਚੁੱਕਣਾ ਬੇਟਾ। ਉਹ ਹਿੰਮਤ ਦੇਊਗਾ, ਉਹ ਬਖਸ਼ਿਸ਼ ਉਹਦੀ ਇਹੀ ਹੈ ਕਿ ਹਿੰਮਤ ਦੇਵੇ ਕਿ ਅਸੀਂ ਖੁਦ ਉਸ ਰਸਤੇ ਨੂੰ
ਅਸੀਂ ਖੁਦ ਚੱਲ ਕੇ ਆਪਣੇ ਮੁਕਾਮ ਨੂੰ ਹਾਸਲ ਕਰੀਏ। ਥੈਂਕ ਯੂ ਬਾਬਾ ਜੀ, ਕਿਰਪਾ ਬਣਾਈ ਰੱਖੇ। ਬਾਬਾ ਜੀ ਭਜਨ ਸਿਮਰਨ ਦੀ ਅਵਸਥਾ ਤੇ ਗੁਰੂ ਭਗਤੀ ਦੀ ਅਵਸਥਾ ਵਿੱਚ ਕੀ ਫਰਕ ਹੈ? ਬੇਟਾ ਦੋਨੋਂ ਹੈ ਤਾਂ ਇੱਕੋ ਹੀ, ਕਿਉਂਕਿ ਗੁਰੂ ਦਾ ਸ਼ਬਦ ਹੈ। ਹਾਂਜੀ। ਔਰ ਆਪਾਂ ਭਜਨ ਸਿਮਰਨ ਦੇ ਵਕਤ ਆਪਾਂ ਮਕਸਦ ਤਾਂ ਇਹੀ ਹੈ ਕਿ ਸ਼ਬਦ ਦੇ ਨਾਲ ਜੁੜੀਏ ਬੇਟਾ। ਆਪਾਂ ਤਾਂ ਆਪਣਾ ਦਾਇਰਾ ਛੋਟਾ ਕਰਕੇ ਸਰੀਰ ਨੂੰ ਗੁਰੂ ਮੰਨ ਕੇ ਬਹਿ ਜਾਂਦੇ ਹਾਂ। ਸਰੀਰ ਨਹੀਂ ਬੇਟਾ ਨਿਭਾ ਸਕਦਾ ਇਹ ਚੀਜ਼ਾਂ। ਸੋ ਇਸ ਕਰਕੇ ਆਪਾਂ ਤਾਂ ਭਜਨ ਸਿਮਰਨ ਕਰਕੇ ਗੁਰੂ ਤਾਂ ਜਿਹੜਾ ਬਾਹਰਲਾ ਸਰੀਰ ਹੈ ਉਹ ਤਾਂ ਇੱਕ ਉਦਾਹਰਨ ਬਣ ਕੇ ਆਉਂਦਾ ਸਮਝਾਉਣ ਵਾਸਤੇ, ਸਾਨੂੰ ਹਿੰਮਤ ਦੇਣ ਵਾਸਤੇ, ਮਗਰ ਅਸਲ ਗੁਰੂ ਤਾਂ ਸ਼ਬਦ ਸਰੂਪੀ ਹੈ। ਤਾਂ ਭਜਨ ਸਿਮਰਨ ਕਰਾਂਗੇ, ਉਸ ਸੱਚੇ ਸ਼ਬਦ ਗੁਰੂ ਦੇ ਨਾਲ ਮਿਲਾਂਗੇ, ਇਹ ਤਾਂ ਹੀ ਇਹ ਹਿਸਾਬ ਕਿਤਾਬ ਖਤਮ ਹੋਊਗਾ, ਨਹੀਂ ਤਾਂ ਐਂ ਹੀ ਚੱਲਦਾ ਰਹਿਣਾ ਬੇਟਾ। ਬਾਬਾ ਜੀ ਜੇਕਰ ਕੋਈ ਸਾਡੀ ਕਮਜ਼ੋਰੀਆਂ ਲਗਾਤਾਰ ਫਾਇਦਾ ਉਠਾਉਂਦਾ ਜਾਵੇ ਤਾਂ ਅਸੀਂ ਉਹ ਰੱਬ ਦੀ ਰਜ਼ਾ ਮੰਨ ਕੇ ਮਤਲਬ ਇਹ ਸਵੀਕਾਰ ਕਰੀਏ ਜਾਂ ਉਹਦਾ ਦੇਖੋ ਦੁਨੀਆ ਕੋਈ ਦੀ ਹੱਲ ਕੱਢੀ? ਨਹੀਂ, ਦੁਨੀਆ ਦੀ ਰੀਤ ਹੈ ਕਿ ਜੇ ਇਨਸਾਨ ਕਮਜ਼ੋਰੀ ਦਿਖਾਊਗਾ ਤਾਂ ਸਾਰੇ ਉਹਦਾ ਫਾਇਦਾ ਉਠਾਉਣਗੇ। ਇਸ ਕਰਕੇ ਜਿੰਨਾ ਚਿਰ ਸਾਡੇ ਅੰਦਰ ਉਹ ਹਿੰਮਤ ਜਾਂ ਤਾਕਤ ਅਸੀਂ ਨਹੀਂ ਜਾਗਰਤ ਕਰਦੇ ਤਾਂ ਫਿਰ ਤਾਂ ਅਸੀਂ ਮੁਹਤਾਜ ਬਣ ਕੇ ਰਹਿ ਜਾਵਾਂਗੇ। ਸੋ ਇਸ ਕਰਕੇ ਹਿੰਮਤ ਰੱਖੋ। ਮੇਰੀ ਮਤਲਬ ਘਰ ਵਾਲੀ ਦੇ ਮਤਲਬ ਮੰਮੀ ਪਾਪਾ ਇੱਥੇ ਹੀ ਰਹਿੰਦੇ ਆ। ਉਹ ਜਦੋਂ ਵੀ ਫੋਨ ਕਰਦੇ ਆ ਕਹਿੰਦੇ ਆ ਜਾਓ ਆ ਜਾਓ ਆ ਜਾਓ। ਮੈਨੂੰ ਤਾਂ ਸੇਵਾ ਨਾਲ ਤੁਸੀਂ ਬੁਲਾ ਲਿਆ ਤੇ ਹੁਣ ਮਤਲਬ ਮੇਰੀ ਵਾਈਫ ਨੂੰ ਯਾਨੀ ਕਿ ਉਹਨਾਂ ਪਰਮਿਸ਼ਨ ਕਰਤਾ। ਤੇਰੇ ਸਹੁਰਿਆਂ ਦੀ ਚੱਲਦੀ ਹੈ, ਤੇਰੀ ਨਹੀਂ ਚੱਲਦੀ। ਨਹੀਂ ਮਤਲਬ ਕਿ ਬੜੇ ਛੋਟੇ ਸੋਹਣੇ ਅੰਦਾਜ਼ ਵਿੱਚ ਤੂੰ ਕਹਿ ਗਿਆ। ਤੁਹਾਡੀ ਕਿਰਪਾ ਹੀ ਹੈ। ਨਹੀਂ, ਮੇਰੀ ਇਹਨਾਂ ਚੀਜ਼ਾਂ 'ਚ ਕਿਉਂ ਕਿਰਪਾ ਇਸਤੇਮਾਲ ਕਰਦਾ ਮੇਰੀ? ਜੇ ਮੇਰੀ ਇਸਤੇਮਾਲ ਕਰਨਾ ਹੈ ਤਾਂ ਚੰਗੇ ਚੀਜ਼ ਵਾਸਤੇ ਕਰ। ਮਤਲਬ ਕਿ ਉਹਨਾਂ ਨੂੰ ਕਦੋਂ ਤੱਕ ਹੁਣ ਪਰਮਿਸ਼ਨ ਮਿਲ ਸਕਦੀ ਇੱਥੇ ਆਉਣ ਦੀ? ਹੈ ਪਰਮਿਸ਼ਨ ਮਿਲ ਸਕਦੀ ਇੱਥੇ ਆਉਣ ਦੀ? ਕਦੋਂ ਤੱਕ? ਹਾਂਜੀ। ਕੀ ਮਤਲਬ? ਮਤਲਬ ਮੇਰੀ ਵਾਈਫ ਇੱਥੇ, ਉਹਨਾਂ ਦੇ ਮੰਮੀ ਪਾਪਾ ਇੱਥੇ ਰਹਿੰਦੇ ਨਾ। ਹਾਂ, ਤਾਂ ਉਹ ਜਾਂਦੀ ਨਹੀਂ ਤੇਰੇ ਨਾਲ? ਮਤਲਬ ਹੁਣ ਤਾਂ ਘਰੇ ਨਾ। ਹਾਂ। ਪਰਮਿਸ਼ਨ ਮਿਲ ਸਕਦੀ ਇੱਥੇ ਆਉਣ ਦੀ ਕਦੋਂ ਤੱਕ? ਅੱਛਾ, ਬੀਵੀ ਨੂੰ ਛੱਡਿਆ ਹੈ, ਆਪ ਆ ਗਏ ਆ ਸੱਸ ਸਹੁਰੇ ਕੋਲੇ ਸੇਵਾ ਕਰਾਉਣ ਵਾਸਤੇ? ਮੁੰਡਾ ਸੀ ਨਾ ਨਵਾਂ ਮਤਲਬ ਕਿ ਨਵੇਂ ਨਾਲ ਨਹੀਂ ਬਣਿਆ। ਕੋਈ ਨਾ ਬੇਟਾ, ਉਹ ਵੀ ਮੌਕਾ ਆ ਜਾਊਗਾ। ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹ। ਵਰਦੀ ਅੱਗ ਚੋਂ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਲਾਇਆ। ਅਸੀਂ ਤਾਂ ਕਹਿੰਦੇ ਸੀ ਅਸੀਂ ਇਦਾਂ ਹੀ ਮਰ ਜਾਣਾ, ਤੁਹਾਨੂੰ ਦੇਖਣ ਤੋਂ ਬਗੈਰ। ਕਾਹਨੂੰ ਇੰਨੀ ਛੇਤੀ ਜਾਣਾ ਮਾਲਕ ਕੋਲ? ਸੱਚੇ ਪਾਤਸ਼ਾਹ, ਪਹਿਲਾਂ ਸਿਮਰਨ ਬਹੁਤ ਵਧੀਆ ਚੱਲਦਾ ਸੀ। ਪ੍ਰਕਾਸ਼ ਮਤਲਬ ਨੀਚੇ ਦੇਖਾਂ ਤਾਂ ਵੀ ਉੱਪਰ ਵੀ ਸਾਰੇ ਪਾਸੇ ਦਿਸਦਾ ਸੀ, ਪਰ ਹੁਣ ਸੱਚੇ ਪਾਤਸ਼ਾਹ ਭਜਨ ਨਹੀਂ ਹੁੰਦਾ। ਨਹੀਂ ਬੇਟਾ, ਮਾਲਿਕ ਕੋਈ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਹਾਂਜੀ। ਮਾਲਕ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਕਿ ਉਹਨੇ ਇੱਕ ਤੋਂ ਲੈ ਕੇ ਦੂਜੇ ਨੂੰ ਦੇਣੀ ਹੈ। ਸੱਚੇ ਪਾਤਸ਼ਾਹ, ਪਰ ਮਤਲਬ ਹੁਣ ਸਰੀਰਕ ਕਸ਼ਟ ਇੰਨੇ ਵੱਧ ਗਏ ਕਿ ਬੈਠਿਆ ਨਹੀਂ ਪੂਰਾ ਜਾਂਦਾ। ਸਾਡਾ ਧਿਆਨ ਭਟਕ ਗਿਆ ਨਾ। ਠੀਕ ਹੈ। ਸਾਡਾ ਧਿਆਨ ਇਹਨਾਂ ਚੀਜ਼ਾਂ ਵਿੱਚ ਪੈ ਗਿਆ ਤੇ ਜੇ ਆਪਾਂ ਭਜਨ ਸਿਮਰਨ ਚ ਰੱਖਾਂਗੇ ਇਹਨਾਂ ਚੀਜ਼ਾਂ ਦਾ ਅਹਿਸਾਸ ਹੀ ਨਹੀਂ ਹੋਊਗਾ ਬੇਟਾ। ਸੱਚੇ ਪਾਤਸ਼ਾਹ, ਜਦੋਂ ਭਜਨ ਤੇ ਬੈਠਦੀ ਆ ਤੇ ਧੁਨ ਜਿਹੜੀ ਸੁਣਦੀ, ਪਰ ਸਿਮਰਨ ਕਰਨਾ ਕਿ ਧੁਨ ਹੀ ਸੁਣਦੇ ਰਹਿਣਾ? ਸ਼ੁਰੂ ਸਿਮਰਨ ਦੇ ਨਾਲ ਕਰੋ। ਹਾਂਜੀ। ਔਰ ਜਦੋਂ ਧੁਨ ਤੇ ਬਹਿੰਦੇ ਹੋ ਉਦੋਂ ਫਿਰ ਧੁਨ ਨੂੰ ਸੁਣੋ। ਠੀਕ ਹੈ। ਸੱਚੇ ਪਾਤਸ਼ਾਹ, ਬੇਟਾ ਨਾ ਇੱਕ ਕੈਨੇਡਾ ਵਿੱਚ ਰਹਿੰਦਾ ਤੇ ਉਹ ਨਾ ਆਪਣੇ ਦੋਸਤਾਂ ਨਾਲ ਲੌਬੀ 'ਚ ਗੱਲਾਂ ਕਰ ਰਿਹਾ ਸੀ। ਰਾਤ ਦਾ ਟਾਈਮ ਸੀ ਤੇ ਉਹਦੇ ਬੈੱਡ ਤੇ ਬਹੁਤ ਹਨੇਰਾ ਸੀ ਆ ਕਮਰੇ ਦੇ ਵਿੱਚ, ਤੇ ਬਹੁਤ ਰੋਸ਼ਨੀ ਹੋਈ ਬੈੱਡ ਤੇ ਉਸ ਦਿਨ ਦਾ ਉਹ ਡਰ ਗਿਆ ਤੇ ਉਹ ਕਮਰੇ ਵਿੱਚ ਜਾਂਦਾ। ਖੁਸ਼ ਹੋਣਾ ਚਾਹੀਦਾ, ਡਰਨ ਦੀ ਕਦੀ ਲੋੜ ਹੈ ਬੇਟਾ? ਮਤਲਬ ਕਿ ਬੈਡ ਤਾਂ ਨਹੀਂ ਕੋਈ, ਮਤਲਬ ਕੋਈ ਇਹੋ ਜਿਹਾ ਬੈਡ ਗੁੱਡ ਨਹੀਂ ਹੁੰਦਾ। ਠੀਕ ਹੈ। ਹਾਂ, ਹਿੰਮਤ ਰੱਖਣੀ ਚਾਹੀਦੀ ਹੈ। ਸੱਚੇ ਪਾਤਸ਼ਾਹ। ਹਾਂ, ਕਮਜ਼ੋਰੀ ਦਿਖਾਵਾਂਗੇ ਤਾਂ ਬੇਟਾ ਸਾਰੇ ਫਾਇਦਾ ਉਠਾਉਣਗੇ ਸਾਡਾ। ਠੀਕ ਹੈ। ਕਦੇ ਨਹੀਂ ਕਮਜ਼ੋਰ ਪੈਣਾ ਚਾਹੀਦਾ। ਠੀਕ ਹੈ। ਐ ਨਹੀਂ ਸੋਚਣਾ ਚਾਹੀਦਾ। ਸੱਚੇ ਪਾਤਸ਼ਾਹ, ਬੇਟਾ ਵੱਡਾ ਤੇ ਉਹਦਾ ਨਾ ਕੈਨੇਡਾ ਦਾ ਮਤਲਬ ਪੈਸੇ ਇਨਵੈਸਟ ਕੀਤੇ ਨੇ ਤੇ ਹੁਣ ਲੋਕਡਾਊਨ ਹੋ ਗਿਆ ਤੇ ਜਾ ਪਾਏਗਾ ਜਾਂ ਨਹੀਂ? ਮੈਨੂੰ ਕੀ ਪਤਾ ਬੇਟਾ, ਤੁਸੀਂ ਆਪਣੇ ਵੱਲੋਂ ਮਿਹਨਤ ਕਰੋ। ਹੁਣ ਮੈਨੂੰ ਇਹੋ ਜਿਹੀਆਂ ਗੱਲਾਂ ਕੀ ਕਾਹਨੂੰ ਪੁੱਛਦੇ ਹੋ ਤੁਸੀਂ? हाँ। आदरणीय बाबा जी, आपने यहाँ उपस्थित रहने का मौका दिया, उसके लिए आपका बहुत बहुत धन्यवाद। नहीं, मेरे को धन्यवाद क्यों करती हो? डेरा मेरा तो नहीं, डेरा तो आप सबका है। सबका धन्यवाद बाबा। हाँ, तो सभी को धन्यवाद करो, मेरे को मत किया करें आप। नहीं बाबा जी, मैं तो आप जैसा ही एक सेवादार हूँ यहाँ पे। थैंक यू सो मच बाबा जी। ये कोविड-19 की ये महामारी के बीच आपने जो हमारे संग रहे हैं, हमारे साथ रहे हैं, हमें कोई भी मुश्किल नहीं हुई है, चाहे खाने पीने की चीज़ हो,
नहीं, मैं और कहाँ जा सकता था, यही मेरा घर है, मैं भी अपने घर में बैठा हूँ और मैंने कहाँ जाना था। आपका बहुत बहुत धन्यवाद बाबा जी। देखो, जब भी कोई बीमारी होती है या कोई तकलीफ होती है तो इंसान अपने परिवार के पास जाता है ना, तो मैं भी अपने परिवार के पास बैठा हूँ। जी 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 बाबा जी, सबके ऊपर दया मेहर करना बाबा जी। सर्वे जना सुखिनो भवन्तु, सर्वे संतु निरामय। बाबा जी मेरा कोई क्वेश्चन नहीं है बाबा जी, आज मैं बहुत खुश हूँ, आपने मुझे बहुत खुशी दी बाबा जी, आपने लाइफ में बहुत कुछ दिया बाबा जी, इसके लिए थैंक यू बाबा जी। जो चीज़ सोची भी नहीं थी वो भी आपने सामने ला के रख दी बाबा जी, थैंक यू बाबा जी। भजन सिमरन में हेल्प करना, आप तो जानते ही हो भजन सिमरन के बारे में। बेटे, जो इंसान अपने आप को हेल्प करेगा उसको दूसरों की हेल्प का भी सहारा मिलेगा, मगर जो खुद ही नहीं हेल्प करेगा अपने आप को तो दूसरे क्या हेल्प करेंगे उसका। सो चाल तो आपने बनानी है, आप चाल बनाएंगी, वो सहारा देके और उसको तेज कर देगा, मगर आपने चाल ही नहीं बनाई, एक जगह पे ही खड़े रहे तो क्या कोई मदद करेगा हमारी। बाबा जी बच्चों पे दया मेहर करना, और पापा जी मेरे फादर इन लॉ गाँव में रहते हैं, वो आपको बात बात पे याद करते हैं और हर चीज़ के लिए थैंक यू बोलते हैं बाबा जी, उनकी तरफ से राधा स्वामी। बाबा जी हमें समझाया जाता है कि बाहरी सेवा करने से ह्यूमिलिटी आना चाहिए। अभी पीछे जब हमने सबने पूरी पैकेजिंग की सेवा करी तो बहुत अच्छा फीलिंग आया, सब एक साथ थे और ऐसा भी लगा कि हम परमात्मा के पास हैं। हम रोज़मर्रा में जो डिपार्टमेंट में सेवा करते हैं उसमें काम बहुत अलग होता है और हम सब चीज़ को बहुत अच्छा करने की कोशिश करते हैं और उससे कुछ भी ह्यूमिलिटी जैसा नहीं आता है। बेटा, आप ये चीज़ समझ लें कि अगर मैं सारा साल आपको वहाँ पे ना F&B में लगा के मैं ये सेवा करवाऊँगा तो वहाँ जाकर भी आपका यही हाल होगा। ये थोड़ी देर के लिए आए हैं, सारे इकट्ठे थे, अच्छी गपशप मारी, गॉसिप किया, इसलिए आपको अच्छा लगा। अब जहाँ आपका डिपार्टमेंट है वहाँ चुप करके बैठना पड़ता है, काम करना पड़ता है, इसलिए हमें वो बोरिंग लगना शुरू हो जाता है। नहीं बाबा जी, बोरिंग नहीं है, बस आप ये समझाइए कि हम अपनी सेवा कैसे करें ताकि हम उस रास्ते चल सकें जिसमें आप हमें चाहते हैं चलें। शौक हमने पैदा करना है, कोई और नहीं कोई चीज़ आसान बना देगा। अगर हम अपने काम को ज़रूरी मानेंगे और सही तरीके से सही ढंग से करेंगे तो अपने आप उसमें मन लगेगा। और अगर मैं सोचूं कि मेरे को तो कोई शाबाशी नहीं मिल रही या मेरे तो कोई रिकग्निशन नहीं हो रही, तो फिर बेटा सभी को तो नहीं मिल सकती। और मैं तो शाबाशी देता नहीं, मैं तो डांट ही मारता हूँ। आपका सबसे आंखों पे बाबा जी, बहुत बहुत थैंक यू। बाबा जी मेरा पहला क्वेश्चन है कि हाउ विल यू मेक अंडरस्टैंड स्पिरिचुअलिटी टू द चिल्ड्रन लाइक अस इन इजी लैंग्वेज, अगर आप बताना चाहें। बेटा, सब कुछ सुख और दुख है। अगर सुख चाहिए, जो सुख को चाहे सदा शरण राम की ले, ठीक है ना, करने कराने वाला मालिक है। अब दुनियावी तौर तरीके से प्रधानमंत्री है, आपको मालूम है कि उसके हाथ में बड़ी ताकत है, मौका मिल जाए तो आप उसकी खुशी हासिल करने की कोशिश करेंगे कि नहीं करेंगे? करेंगे ना। तो वो तो सिर्फ एक देश का प्रधानमंत्री है, मालिक तो सारी सृष्टि को चला रहा है। तो अगर हम मालिक से रिश्ता जोड़ेंगे, हम क्यों किसी के मोहताज होंगे? सारी दुनिया हमारे कदम में आ जाएगी बेटा। हम छोटी छोटी चीज़ों को लेकर बैठ जाते हैं, और अगर हम सीधा मालिक से रिश्ता जोड़ें, उसके हुक्म में रहें, उसका साथ मिल जाए, तो क्यों किसी के आगे हाथ फैलाना पड़ेगा बेटा? यही रूहानियत है। पापा जी आपका बहुत बहुत शुक्रिया हर एक चीज के लिए। बस अपने पाने में रहने की ताकत बख्शो और अपना सच्चा प्यार बख्श दो पापा जी, और अंदरों सच्चे दर्शन बख्श दो। सारा कुछ ही बाबा देगा तो तुसी ही करोगे। मैं पूरी कोशिश करूंगी बाबा जी। तुसी सारा कुछ ही कह देते हो, बस आप करो, आप दो, आप ये करो। तो हमने क्या करना है बेटा? हम कदर तो करें ना। देखो, घर में बच्चे होते हैं ना, माँ बाप ने सभी को एक जैसा देना है। ये नहीं कि एक को ज्यादा देंगे और दूसरे को कम देंगे, मगर जो कदर करता है उसको खुशी से देते हैं, जो कदर नहीं करता वो इंतजार में रहते हैं कि ये बर्बाद ना कर ले। जब उसको कदर होगी तो उसको भी वही मिलेगा बेटा।
मालिक नहीं पक्षपात करता, सिर्फ हमारी संभाल की बात है, हम उसको हजम कर सकें और उसकी कदर कर सकें। बाबा जी बस एक ही बेनती है कि मेरे जीवन का हर एक सांस आपके लेखे लग जाए बस। समय बाबा जी एक दिल दी रीच वो पूरी करनी है बाबा जी। ਇਹ ਕਿੰਨੀਆਂ ਕੁ ਮਾਸਕ ਰੱਖੀਆਂ ਵੀ ਐ, ਬੜੀ ਮੈਚਿੰਗ ਕਰਕੇ ਲਿਆ ਤੂੰ ਪਗੜੀ ਦੇ ਨਾਲ, 4-5 ਰੱਖੀਆਂ ਵੀ ਐ। 4-5 ਤੁਹਾਡੇ ਡੇਰੇ ਚ ਹੀ ਮਿਲੀਆਂ ਨੇ ਬਾਬਾ ਜੀ। ਅੱਛਾ, ਭੰਡਾਰੀ ਜਿਹੋ ਜੀ ਪਗੜੀ ਪਾਉਂਦਾ ਉਹੋ ਜੀ ਨਾਲ ਮੈਚ ਕਰ ਲੈਂਦਾ ਜੀ। ਹੈ ਤੁਹਾਡੀ ਕਿਰਪਾ ਜੀ। ਹਾਂ ਥੋੜਾ ਜਿਹਾ ਨਰਵਸ ਜਿਹਾ ਹੋ ਗਿਆ। अरदास करां अरदास करां हर स्वास करां मेरे प्रीतमा जियो दाता तू बख्शण हारा कर सब दा पार उतारा मेरे प्रीतमा जियो अरदास करां अरदास करां हर स्वास करां मेरे प्रीतमा जियो बाणी दा सरूर मिले तेरा एक नूर मिले हो जावे दूर अंधियारा नाम वाली दात मिले कीमती सौगात मिले सफला हो जन्म हमारा सब छड़ के जगत पसारा बस मिल जाए तेरा सहारा मेरे प्रीतमा जियो अरदास करां हर स्वास करां दिन रात करां मेरे प्रीतमा जियो। राधा स्वामी बाबा जी, आज मैंने बिल्कुल नहीं सोचा था मेरी आपसे बात हो। इवन जब मुझे विश्वास ही नहीं हो रहा था बाबा जी कि आज तो लॉटरी लग गई। थैंक यू सो मच बाबा जी। पता है जब ये कोरोना शुरू हुआ था ना, इतना डर था ना, मुझे था बस वहाँ से आप ले आओ, और थैंक यू आप ले आए बाबा जी। और आपने हमें बाबा जी, आप हमसे बहुत प्यार करते हो, हमारा कोई और है भी नहीं आपके अलावा बाबा जी। मेरा केड़ा कोई हो रहा है थोड़े सिवाय। थैंक यू बाबा जी, हम आपसे बहुत प्यार मेरा भी आही परिवार है बेटा, मेरा और केड़ा परिवार है। हमें सिर्फ मतलब क्या बोलूं मैं बाबा जी, छुटकी की बारी नहीं आई, वो पता कितनी दिनों से बोल रही थी, बैठी हुई है पीछे। थोड़ी बारी तो आ गई, आप सारी दुनिया देख कर ही जाना हैगा। आप जो आपकी बारी आ गई, आप खुश हो। थैंक यू सो मच बाबा जी। राधा स्वामी ਬਾਬਾ ਜੀ ਇੱਕ ਵਾਰੀ ਤੁਸੀਂ ਦਰਸ਼ਨ ਦੇਣ ਆਏ ਸੀ ਤੇ ਅਸੀਂ ਲੰਗਰ ਖਾ ਰਹੇ ਸੀ ਤੇ ਸਾਨੂੰ ਕੜਾਹ ਪ੍ਰਸ਼ਾਦ ਵੀ ਹੱਥ 'ਚ ਚੱਕ ਕੇ ਪੈਣਾ ਪਿਆ। ਇਹ ਜਦੋਂ ਤੁਸੀਂ ਦਰਸ਼ਨ ਦੇਣ ਆਉਂਦੇ ਹੋ, ਸਾਡੇ ਅੰਦਰ ਇੰਨੀ ਤੜਫ ਕਿਉਂ ਜ਼ਿਆਦਾ ਪੈਦਾ ਹੁੰਦੀ ਹੈ, ਪਤਾ ਨਹੀਂ ਕਿਉਂ ਮਨ ਨੂੰ ਕੰਟਰੋਲ ਨਹੀਂ ਕਰ ਪਾਉਂਦੇ। ਬੇਟਾ ਇਮੋਸ਼ਨ ਦੀ ਗੱਲ ਹੈ, ਭਾਵਨਾ ਦੀ ਗੱਲ ਹੈ ਬੇਟਾ। ਜਿੱਥੇ ਸੱਚਾ ਪਿਆਰ ਹੋਵੇ ਨਾ, ਉੱਥੇ ਫਿਰ ਇਨਸਾਨ ਭਾਵਨਾ ਕਰਕੇ ਕਦੇ ਖੁਸ਼ ਹੋ ਜਾਂਦਾ ਹੈ, ਕਦੇ ਆਂਸੂ ਆ ਜਾਂਦੇ ਹੈ, ਸਿਰਫ ਭਾਵਨਾ ਹੈ ਬੇਟਾ। ਬਾਬਾ ਜੀ ਕਈ ਵਾਰੀ ਜਿੱਥੇ ਅਸੀਂ ਸੇਵਾ ਕਰਦੇ ਹੁੰਦੇ ਆ, ਉੱਥੇ ਦੇ ਇੰਚਾਰਜ ਕੁਛ ਇਹੋ ਜਿਹੇ ਸ਼ਬਦ ਕਹਿ ਦਿੰਦੇ ਜੋ ਦਿਲ ਨੂੰ ਲੱਗ ਜਾਂਦੇ ਆ। ਨਹੀਂ, ਕਾਹਦੇ ਵਾਸਤੇ ਐ ਨਹੀਂ ਘਬਰਾਈਦਾ ਹੁੰਦਾ ਬੇਟਾ। ਕਈ ਵਾਰੀ ਬਾਬਾ ਜੀ ਉਹ ਸ਼ਬਦਾਂ ਕਾਰਨ 2 ਦਿਨ ਸੇਵਾ ਨਹੀਂ ਬੰਦਾ ਕਰ ਪਾਉਂਦਾ, ਤੇ ਇਹ ਕਰਮ ਆਪਣੇ ਭਰੇ ਹੁੰਦੇ ਜਾਂ ਉਸ ਇੰਚਾਰਜ ਦੇ ਕਰਮ? ਨਹੀਂ ਬੇਟਾ, ਪਹਿਲਾਂ ਤਾਂ ਕਿਸੇ ਨੂੰ ਇਹੋ ਜਿਹੇ ਲਫ਼ਜ਼ ਬੋਲਣੇ ਨਹੀਂ ਚਾਹੀਦੇ, ਮਗਰ ਬੋਲ ਵੀ ਦਿੰਦਾ ਹੈਗਾ। ਹੁਣ ਦੇਖੋ ਘਰ ਵਿੱਚ ਕਈ ਵਾਰੀ ਮਾਂ-ਬਾਪ ਵੀ ਸਾਨੂੰ ਡਾਂਟ ਦਿੰਦੇ ਆ, ਸੋ ਦਿਲ ਨੂੰ ਨਹੀਂ ਇਹ ਚੀਜ਼ਾਂ ਲਗਾਉਣੀਆਂ ਚਾਹੀਦੀਆਂ, ਠੀਕ ਹੈ ਨਾ। ਇਸ ਕਰਕੇ ਸੇਵਾ ਵਿੱਚ ਸਾਰਾ ਕੁਝ ਹੀ ਜਾਇਜ਼ ਹੈ ਬੇਟਾ। ਆਪਾਂ ਇਹਨਾਂ ਸਭ ਚੀਜ਼ਾਂ ਦੇ ਬਾਵਜੂਦ ਸੇਵਾ ਕਰਨੀ ਹੈ। ਜੇ ਸਾਰਾ ਕੁਝ ਠੀਕ ਹੋਊ ਤਾਂ ਫਿਰ ਤਾਂ 5 ਸਾਲ ਦਾ ਬੱਚਾ ਵੀ ਸੇਵਾ ਨਿਭਾ ਲੂਗਾ। ਆਪਾਂ ਨੂੰ ਕੋਈ ਗਾਲਾਂ ਕੱਢੇ, ਚੰਗਾ ਬੁਰਾ ਕਵੇ, ਉਹਦੇ ਬਾਵਜੂਦ ਸੇਵਾ ਕਰਾਂਗੇ ਨਾ, ਉਹ ਸਾਡੀ ਸੱਚੀ ਸੇਵਾ ਮੰਨੀ ਜਾਊਗੀ। ਨਾ ਕਿ ਜੀ ਸਾਰਾ ਚੰਗਾ ਮਾਹੌਲ ਬਣਾ ਦੇਣ, ਸਾਰਾ ਕੁਝ ਕਰ ਦੇਣ, ਫਿਰ ਮੈਂ ਆ ਕੇ ਕਰੂੰਗਾ। ਸ਼ੁਕਰੀਆ ਬਾਬਾ ਜੀ, ਮੇਰੇ ਪਰ ਹੱਥ ਰੱਖਿਓ। ਨਾਲੇ ਬੇਟਾ ਕੋਈ ਵੀ ਕਿਸੇ ਨੂੰ ਨਾ ਮੇਰੇ ਦਿਲ ਨਹੀਂ ਦੁਖਾਣਾ ਚਾਹੁੰਦਾ ਕੋਈ। ਸਿਰਫ ਉਹ ਕਈ ਵਾਰੀ ਨਾ ਜਦੋਂ ਸੰਗਤ ਜ਼ਿਆਦਾ ਹੁੰਦੀ ਹੈ ਜਾਂ ਪ੍ਰੈਸ਼ਰ ਹੁੰਦਾ ਹੈ, ਕਈ ਵਾਰੀ ਕੁਝ ਬੋਲਿਆ ਜਾਂਦਾ ਹੈਗਾ, ਉਹਨਾਂ ਦਾ ਮਤਲਬ ਨਹੀਂ ਹੁੰਦਾ। ਇਸ ਕਰਕੇ ਦਿਲ ਨੂੰ ਨਾ ਕਦੇ ਲਗਾਇਆ ਕਰੋ। ਬਾਬਾ ਜੀ ਰਾਧਾ स्वामी, मतलब मेरी ਇੰਨੀਆਂ ਸ਼ਿਕਾਇਤਾਂ ਹੁੰਦੀਆਂ ਨੇ ਤੁਹਾਡੇ ਨਾਲ, ਮੈਂ ਹਮੇਸ਼ਾ ਲੜਦੀ ਰਹਿੰਦੀ ਹਾਂ। ਤੁਹਾਡੀ ਤਸਵੀਰ ਦੇਖੂੰਗੀ, ਫਿਰ ਤੁਹਾਡੇ ਨਾਲ ਇੰਨਾ ਬੋਲੂੰਗੀ, ਫਿਰ ਲੜੂੰਗੀ। ਮਤਲਬ ਮੈਨੂੰ ਇੱਦਾਂ ਹੁੰਦਾ ਵਾ ਕਿ ਲੋਕ ਕੁੜੀਆਂ ਨੂੰ ਬਹੁਤ ਜ਼ਿਆਦਾ ਬੋਲਦੇ ਨੇ, ਫਿਰ ਜਦੋਂ ਕੋਈ ਮੈਨੂੰ ਕੁਝ ਕਹਿੰਦਾ ਵਾ,
ਮੈਂ ਫੈਮਿਲੀ ਦੇ ਲਈ ਹਮੇਸ਼ਾ ਖੜੀ ਹੁੰਦੀ ਹਾਂ। ਜਦੋਂ ਕੋਈ ਮੈਨੂੰ ਕੁਝ ਕਹਿੰਦਾ ਮੈਨੂੰ ਇਦਾਂ ਹੁੰਦਾ ਕਿ ਮੇਰੇ ਨਾਲ ਕੋਈ ਖੜਾ ਹੋਵੇ, ਵੀਰਾ, ਮੰਮੀ, ਡੈਡੀ, ਫਿਰ ਮੈਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ, ਮੈਂ ਸਾਰਾ ਤੁਹਾਡੇ ਤੇ ਕੱਢ ਦਿੰਦੀ ਹਾਂ ਬਾਬਾ ਜੀ। ਠੀਕ ਹੈ ਬੇਟਾ, ਕਿਉਂਕਿ ਬਾਬੇ ਨੇ ਤਾਂ ਵਾਪਸ ਜਵਾਬ ਨਹੀਂ ਦੇਣਾ। ਹੋਰ ਕਿਸੇ ਦੇ ਨਾਲ ਤੁਸੀਂ ਗਿਲੇ ਸ਼ਿਕਵੇ ਕਰੋਗੇ, ਉਹਨੇ ਜਵਾਬ ਦੇ ਦੇਣਾ ਵਾਪਸ। ਫਿਰ ਤੁਸੀਂ ਨਾਰਾਜ਼ ਤਾਂ ਨਹੀਂ ਹੁੰਦੇ? ਨਹੀਂ, ਬਾਬਾ ਤਾਂ ਇੱਕ ਜਿਵੇਂ ਪੰਚਿੰਗ ਬੈਗ ਹੁੰਦਾ ਨਾ, ਮਾਰੀ ਚੱਲੋ, ਬੋਲੀ ਚੱਲੋ, ਉਹਨੇ ਜਵਾਬ ਹੀ ਨਹੀਂ ਦੇਣਾ। ਪਰ ਬਾਬਾ ਜੀ ਅਸੀਂ ਪਿਆਰ ਵੀ ਤਾਂ ਤੁਹਾਨੂੰ ਜ਼ਿਆਦਾ ਕਰਦੇ ਹਾਂ ਨਾ। ਹੈ, ਪਿਆਰ ਵੀ ਤਾਂ ਤੁਹਾਨੂੰ ਜ਼ਿਆਦਾ ਕਰਦੇ ਹਾਂ। ਹੁਣ ਜਿਹਨੂੰ ਰੋਜ਼ ਮਾਰਦੀਆਂ ਕੁੱਟਦੀਆਂ ਤਾਂ ਫਿਰ ਕੀ ਪਿਆਰ ਕਿਵੇਂ ਕਰਦੀਆਂ ਤੂੰ? ਫਿਰ ਬਾਬਾ ਜੀ ਦੇਖੋ, ਹੁਣ ਤੁਸੀਂ ਕਹਿੰਦੇ ਹੋ ਕਿ ਸਾਰਾ ਕੁੱਲ ਮਾਲਕ ਦੇ ਹੱਥ ਹੈ, ਵੱਡੇ ਮਹਾਰਾਜ ਜੀ ਦੇ ਹੱਥ ਹੈ। ਸਾਡੇ ਲਈ ਤਾਂ ਤੁਸੀਂ ਵੱਡੇ ਮਹਾਰਾਜ ਹੋ ਸਾਡੇ। ਫਿਰ ਮੈਨੂੰ ਇਦਾਂ ਹੁੰਦਾ ਕਿ ਤੁਸੀਂ ਇਦਾਂ ਹੋਣ ਕਿਉਂ ਦਿੰਦੇ ਹੋ? ਕੁੜੀਆਂ ਨਾਲ ਹਮੇਸ਼ਾ ਬਹੁਤ ਜ਼ਿਆਦਾ ਰੋਂਦੇ ਆ ਬਾਬਾ ਜੀ, ਭਾਵੇਂ ਉਹ ਡੇਰਾ ਭਾਵੇਂ ਉਹ ਸੈਂਟਰ ਹੈ। ਕੋਈ ਕੁੜੀਆਂ ਨੂੰ ਇੱਕ ਗੱਲ ਕਹਿ ਦੇਵੇ ਨਾ, ਸਾਰੇ ਉਹਨੂੰ ਗਲਤ ਹੀ ਸਮਝਣਗੇ, ਭਾਵੇਂ ਫੋਨ ਦੇ ਰਿਲੇਟਡ। ਇੰਨਾ ਇਸ਼ੂ ਜ਼ਿਆਦਾ ਬਣਾਉਂਦੇ ਨੇ ਬਾਬਾ ਜੀ ਕੁੜੀਆਂ ਦੇ ਰਿਲੇਟਡ। ਬੇਟਾ ਦੇਖੋ ਕਿਉਂ ਕਰਦੇ ਆ, ਆਪਾਂ ਇਹ ਵੀ ਤਾਂ ਸਮਝੀਏ ਨਾ। ਹਾਂਜੀ, ਕੁੜੀ ਜਾਂ ਬੀਬਾ, ਔਰਤ ਇਨਸਾਨ ਦੀ ਕਮਜ਼ੋਰੀ ਹੈ ਬੇਟਾ, ਠੀਕ ਹੈ। ਕੋਈ ਮਾਂ-ਬਾਪ ਨਹੀਂ ਚਾਹੂਗਾ ਕਿ ਮੇਰੀ ਬੇਟੀ ਦੀ ਤਰਫ ਕੋਈ ਉਂਗਲੀ ਉਠਾਏ। ਸੋ ਇਸ ਕਰਕੇ ਕੁੜੀਆਂ ਨੂੰ ਆਪਾਂ ਬਚਾ ਕੇ ਰੱਖਦੇ ਹਾਂ, ਕੁੜੀਆਂ ਨੂੰ ਆਪਾਂ ਆਪਣੀ ਇੱਜ਼ਤ ਸਮਝਦੇ ਹਾਂ। ਹਾਂਜੀ, ਠੀਕ ਹੈ। ਸੋ ਜੇ ਥੋੜੀ ਜੀ ਸਖਤੀ ਕਰਦੇ, ਇਸੇ ਕਰਕੇ ਕਰਦੇ। ਮਾਹੌਲ ਬਦਲ ਰਿਹਾ ਹੈ ਹੁਣ। ਮੈਂ ਨਹੀਂ ਕਹਿ ਸਕਦਾ ਕਿ ਜੀ ਹੁਣ ਆਪਣੇ ਦੇਸ਼ ਵਿੱਚ ਜਾਂ ਦੂਜੇ ਦੇਸ਼ਾਂ ਵਿੱਚ ਕੁੜੀਆਂ ਦੇ ਹੱਕ ਕੋਈ ਘੱਟ ਹੈ, ਆਦਮੀਆਂ ਤੋਂ ਨਹੀਂ ਹੱਕ ਹੈ। ਹਾਂਜੀ, ਮੈਨੂੰ ਤਾਂ ਐਂ ਲੱਗਦਾ ਕਿ ਹੁਣ ਤਾਂ ਮੈਨੂੰ ਕੁਛ ਨਾ ਕੁਛ ਆਦਮੀਆਂ ਵਾਸਤੇ ਕਰਨਾ ਪਊਗਾ, ਕਿਉਂਕਿ ਜਿਵੇਂ ਜਿਵੇਂ ਮੈਂ ਅੱਗੇ ਦੇਖੀ ਜਾਂਦਾ, ਹੁਣ ਜਿਵੇਂ ਜਿਵੇਂ ਛੋਟੇ ਬੱਚਿਆਂ ਦੇ ਵਿਆਹ ਹੋ ਰਹੇ ਹੈ, ਬੱਚੇ ਆਪਣੀ ਨਵੀਂ ਉਮਰ ਵਿੱਚ ਕਦਮ ਰੱਖ ਰਹੇ ਹੈ, ਕੁੜੀਆਂ ਦੀ ਚੱਲ ਰਹੀ ਆ, ਮੁੰਡਿਆਂ ਦੀ ਤਾਂ ਨਹੀਂ ਚੱਲ ਰਹੀ। ਬਾਬਾ ਜੀ ਵੀਰਾ ਵਾ ਘਰੇ, ਉਹ ਮਤਲਬ ਵੱਡਾ ਮੇਰੇ ਤੋਂ ਉਦਾਂ ਨਰਵਸ ਹੋ ਜਾਂਦਾ, ਪਰ ਮੇਰੇ ਤੇ ਗੁੱਸਾ ਬਹੁਤ ਜ਼ਿਆਦਾ ਕਰਦਾ। ਉਹਦਾ ਨੰਬਰ ਪਿੱਛੇ ਆ, ਉਹ ਬੈਠਾ ਹੋਇਆ ਵਿੱਚ। ਉਹ ਗਿਲੇ ਸ਼ਿਕਵੇ ਹੀ ਕਰਦਾ ਹੈ, ਚੱਲਦੀ ਤਾਂ ਤੇਰੀ ਹੈ ਘਰ 'ਚ। ਹਾਂਜੀ, ਤਾਂ ਫਿਰ ਨਾਲੇ ਹਾਂਜੀ। ਪਰ ਬਾਬਾ ਜੀ ਮੈਨੂੰ ਏਦਾਂ ਅੱਗੇ ਦਾ ਵਿਆਹ ਹੋ ਜਾਵੇ ਨਾ, ਫਿਰ ਉਹਦੀ ਘਰ ਵਾਲੀ ਉਹਨੂੰ ਆ ਕੇ ਦੱਸੂਗੀ। ਦੇਖ ਆਪਣੇ ਭਰਾ ਦੀ ਦੁਸ਼ਮਣ ਬਣੀ ਬੈਠੀ ਹੈ। ਹਾਂ, ਨਹੀਂ ਬੇਟਾ, ਆਪਾਂ ਕਾਹਨੂੰ ਕਿਸੇ ਦਾ ਬੁਰਾ ਸੋਚਣਾ ਹੈਗਾ। ਮਾਹੌਲ ਬਦਲ ਰਿਹਾ ਹੈ। ਹਾਂਜੀ, ਠੀਕ ਹੈ ਨਾ। ਹੁਣ ਇਸ ਕਰਕੇ ਆਪਾਂ ਬੈਲੈਂਸ ਰੱਖਣਾ ਹੈ, ਨਾ ਆਦਮੀਆਂ ਦੀ ਚੱਲਣੀ ਚਾਹੀਦੀ ਹੈ, ਨਾ ਔਰਤ ਦੀ। ਠੀਕ ਹੈ ਨਾ, ਜੋ ਸਹੀ ਹੈ ਉਹਦੀ ਚੱਲਣੀ ਚਾਹੀਦੀ ਹੈ। ਸੋ ਆਪਾਂ ਇਹ ਨਾ ਸੋਚੀਏ ਕਿ ਜੀ ਪਹਿਲਾਂ ਕੀ ਹੋਇਆ ਸੀਗਾ, ਹੁਣ ਕੀ ਹੋਊਗਾ। ਆਪਾਂ ਇਹ ਦੇਖਣਾ ਕਿ ਆਪਾਂ ਜ਼ਿੰਦਗੀ 'ਚ ਕਿਵੇਂ ਅੱਗੇ ਵਧਣਾ ਬੇਟਾ, ਔਰ ਉਹ ਪ੍ਰੇਮ ਔਰ ਪਿਆਰ ਦੇ ਨਾਲ ਹੀ ਇੱਕ ਦੂਜੇ ਦੀ ਕਦਰ ਕਰੀਏ। ਠੀਕ ਹੈ ਨਾ। ਹੁਣ ਦੋਨੋਂ ਹੀ ਸੱਚ ਹੋ ਸਕਦੇ ਆ ਬੇਟਾ। ਆਪਾਂ ਇੱਕ ਦੂਜੇ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਆਪਣੇ ਤਰੀਕੇ ਵਿੱਚ ਦੋਨੋਂ ਹੀ ਸੱਚ ਹੋ ਸਕਦੇ ਆ। ਇਸ ਕਰਕੇ ਆਪਾਂ ਦਰਮਿਆਨ ਦਾ ਰਸਤਾ ਅਪਣਾਉਣਾ ਹੈ, ਜਿਹੜਾ ਦੋਨੋਂ ਵਾਸਤੇ ਚੰਗਾ ਹੋਵੇ। ਸੋ ਗਿਲੇ ਸ਼ਿਕਵੇ ਨਹੀਂ ਕਰਨੇ ਆ। ਜਿੱਥੇ ਜਿਸ ਅਵਸਥਾ ਵਿੱਚ ਮਾਲਿਕ ਨੇ ਰੱਖਿਆ, ਕਰਮਾ ਕਰਕੇ ਰੱਖਿਆ ਬੇਟਾ। ਸੋ ਆਪਾਂ ਕਦਰ ਕਰਨੀ ਹੈ, ਜੋ ਉਹਨੇ ਦਿੱਤਾ ਉਹਦੀ ਕਦਰ ਕਰੋ, ਔਰ ਉਹਨੂੰ ਹਜ਼ਮ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਤੁਹਾਡੇ ਨਾਲ ਕਰ ਸਕਦੇ ਨਾ ਗਿਲੇ ਸ਼ਿਕਵੇ? ਕਿ ਮੇਰੇ ਨਾਲ ਜਿੰਨੇ ਮਰਜ਼ੀ ਕਰੀ ਜਾਓ, ਮੇਰੇ ਤੇ ਵੈਸੇ ਕੋਈ ਅਸਰ ਨਹੀਂ ਹੁੰਦਾ, ਪਰ ਕਰੀ ਚੱਲ। ਠੀਕ ਹੈ ਬਾਬਾ ਜੀ, ਬੇਨਤੀ ਹੈ ਕਿ ਮੇਰੀ ਨਾ ਆਵਾਜ਼ ਬਰੀਕ ਹੈ, ਇਸ ਕਰਕੇ ਨਾ ਮੇਰਾ ਸਾਰੇ ਮਜ਼ਾਕ ਉਡਾਉਂਦੇ ਆ। ਕੋਈ ਨਾ ਬੇਟਾ, ਆਪਣਾ ਮਜ਼ਾਕ ਉਡਾਉਂਦੇ ਆ, ਤੇਰਾ ਕਾਹਦਾ ਉਡਾਉਂਦੇ ਆ ਬੇਟਾ। ਮੈਨੂੰ ਨਾ ਬਹੁਤ ਹਰਟ ਹੁੰਦਾ। ਨਹੀਂ, ਤੁਸੀਂ ਨਾ ਫਿਕਰ ਕਰੋ ਬੇਟਾ, ਲੋਕਾਂ ਦੀ ਫਿਤਰਤ 'ਚ ਹੀ ਬਣ ਗਈ ਹੈ ਬੇਟਾ। ਉਹ ਜਦੋਂ ਕਿਸੇ ਹੋਰ ਦਾ ਮਜ਼ਾਕ ਉਡਾਉਂਦੇ ਆ ਨਾ, ਉਹ ਆਪਣੀ ਕਮਜ਼ੋਰੀਆਂ ਦੇ ਉੱਤੇ ਪਰਦਾ ਪਾ ਰਹੇ